ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। चेत न है तो चेत लै निस दिन मैं प्राणी, छिन छिन औद बेहात है। फूटै घट ज्यों पानी, हर गुण काहे न गावई। मूर्ख अज्ञाना झूठे लालच लग के, न मरण पछाना। अजू समझ कछ बिगड़ो ना, जो हर गुण गावे कौ नानक ते भजन ते। निरभय पद पावे कहो नानक ते भजन ते। निरभय पद पावे तब एह मानस देहि पाव। तब एह मानस देहि पाव। तब एह मानस देहि पाई। 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 हाँ, तब एह मानस देहि पाई। 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 गुर सेवा ते भगत कमाए। सेवा ते भगत कमाए। गुर सेवा ते भगत कमाए। गुर सेवा ते भगत कमाए। तब एह मानस देहि पाई। 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 तब एह मानस देहि पाई।
ਇਹ ਮਾਨ ਦੇਹੀ ਪਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇ, ਇਸ ਦੇਹੀ ਕੋ ਸਿਮਰੈ ਦੇਵ। ਸੋ ਦੇਹੀ ਭਜ ਹਰ ਕੀ ਸੇ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਵੋ, ਜਗ ਬਿੰਦ ਭੂਲ ਮਤ ਜਾਓ। ਮਾਨਸ ਜਨਮ ਕਾਏ ਹੀ ਲਾਹੋ, ਮਾਨਸ ਜਨਮ ਕਾਏ ਹੀ ਲਾਹੋ। ਮਾਨਸ ਜਨਮ ਕਾਏ ਹੀ ਲਾਹੋ, ਮਾਨਸ ਜਨਮ ਕਾਏ ਹੀ ਲਾਹੋ। ਮਾਨਸ ਜਨਮ ਕਾਏ ਹੀ ਲਾਹੋ, ਮਾਨਸ ਜਨਮ ਕਾਏ ਹੀ ਲਾਹੋ। ਤਬੇ ਮਾਨਸ ਦੇਹੀ ਪਾਈ, ਤਬੇ ਮਾਨਸ ਦੇਹੀ ਪਾਈ, ਤਬੇ ਮਾਨਸ ਦੇਹੀ ਪਾਈ, ਤਬੇ ਮਾਨਸ ਦੇਹੀ ਪਾਈ। ਤਬ ਇਹ ਮਾਨਸ ਦੇਹੀ ਪਾਈ, ਤਬ ਇਹ ਮਾਨਸ ਦੇਹੀ ਪਾਈ, ਤਬ ਇਹ ਮਾਨਸ ਦੇਹੀ ਪਾਈ, ਤਬ ਇਹ ਮਾਨਸ ਦੇਹੀ ਪਾਈ। जब लग जोग जरा नहीं आया, लग जरा रोग नहीं आया। जब लग बिकल पई नहीं बानी, जब लग बिकल पई नहीं बानी। जब लग काल गरसी नहीं काया, जब लग बिकल पई नहीं बानी, जब लग बिकल पई नहीं बानी। जब लग बिकल पई नहीं बानी, जब लग बिकल पई नहीं बानी। फजले रे मन सारंग पा, फजले रे मन सारंग पा। तब हे मानस देहि पाई, तब हे मानस देहि पाई। ਇਹ ਮਾਨਸ ਦੇਹੀ ਪਾਈ, ਅਬ ਇਹ ਮਾਨਸ ਦੇਹੀ ਪਾਈ, ਅਬ ਇਹ ਮਾਨਸ ਦੇਹੀ ਪਾਈ, ਅਬ ਇਹ ਮਾਨਸ ਦੇਹੀ ਪਾਈ। अब ना पजस पजस कब पाई, अब ना भजस भजस कब पाई। आवे अंत न भजया जाई, आवे अंत न भजया जाई। जो किछ करे सोई अब सार, जो किछ करे सोई अब सार। जो किछ करे सोई अब सार, जो किछ करे सोई अब सार।
फिर पछताव न पावो पार, फिर पछताव न पावो पार। तब हे मानस देहि पाई, तब हे मानस देहि पाई। तब एह मानस देहि पाई, तब एह मानस देहि पाई, तब एह मानस देहि पाई, तब एह मानस देहि पाई। भई प्राप्त मानुख देहोरिया, गोबिंद मिलन किए है तेरी बरिया। बहुत जन्म बिछरे थे माधो, ये जन्म तुम्हारे लेखे। कह रविदास आस लग जीवो, फिर भयो दर्शन देखे। फिरत फिरत प्रभ आया, परया तो शरणा। नानक की प्रभ बेनती, अपनी भगति लान। जो किछ करे सोई अबसार, फिर पछतावो न पावो पार। सो सेवक जो लाया से, इन्हीं पाए निरंजन दे। गुर मिल ताके खुले कपाट, बहुर नया में जो नीवा। यही तेरा अवसर तेरी बात। घट भीतर तू देख विचार। कहत कबीर जीत कहा, बहुविध कहयो पुकार पुकार। यही तेरा अवसर, यही तेरी बात। यही तेरा अवसर, यही तेरी बात। घट भीतर तू देख विचार। भीतर तू देख विचार। घट भीतर तू देख विचार। घट भीतर तू देख विचार। तब हे मानस देहि पाई, तब हे मानस देहि पाई। तब एह मानस देहि पाई, तब एह मानस देहि पाई, तब एह मानस देहि पाई, तब एह मानस देहि पाई। तब हे मानस देहि पाई, तब हे मानस
ਦੇਹੀ ਪਾਈ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਸਤਿਗੁਰੂ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿੰਨੀ ਵੀ ਸੰਗਤ ਸਰਵਰੇ ਕਾਇਨਾਤ ਵਾਲੇ ਦੋ ਜਹਾਨ, ਸਮੁੱਚੀ ਮਨੁੱਖਤਾ ਦੇ ਅਵਤਾਰ, ਸਰਬ ਸਾਂਝੇ ਗੁਰੂ, ਸਰਬ ਸਾਂਝੀ ਵਾਲਤਾ ਦੇ ਪ੍ਰਤੀਕ, ਸਭਨਾਂ ਨੂੰ ਸਾਂਝਾ ਉਪਦੇਸ਼ ਦੇਣ ਵਾਲੇ, ਸਭਨਾਂ ਜੀਆਂ ਕਾ ਇੱਕ ਦਾਤਾ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੁਭਾਏਮਾਨ ਜਿੰਨੀ ਵੀ ਸੰਗਤ ਜੁੜ ਬੈਠੀ ਹੈ, ਸਾਰੇ ਫਤਿਹ ਦੀ ਸਾਂਝ ਪਾਓ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੋਂ ਆਪਾਂ ਕੀਰਤਨ ਸ਼ੁਰੂ ਕੀਤਾ ਸੀ, ਮਨੁੱਖਾ ਜਨਮ ਦਾ ਪ੍ਰਯੋਜਨ ਕੀ ਹੈ, ਮਕਸਦ ਕੀ ਹੈ, ਆਪਾਂ ਦੁਨੀਆ ਤੇ ਆਏ ਕਾਹਦੇ ਵਾਸਤੇ, ਕਾਹਦੇ ਵਾਸਤੇ ਜਨਮ ਮਿਲਿਆ ਸਾਨੂੰ। ਜਦੋਂ ਕੀਰਤਨ ਆਪਾਂ ਸ਼ੁਰੂ ਕੀਤਾ, ਸ਼ਬਦ ਪੜਿਆ ਪਹਿਲਾ, ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਦੇਹੀ ਪਾਈ। ਗੁਰੂ ਦੀ ਸੇਵਾ ਰਾਹੀਂ ਇਹ ਤੈਨੂੰ ਜਨਮ ਪ੍ਰਾਪਤ ਹੋਇਆ। ਜਾਂ ਕਹਿ ਲਈਏ, ਗੁਰੂ ਦੀ ਸੇਵਾ, ਸਿਮਰਨ, ਭਜਨ, ਬੰਦਗੀ ਕਰਨ ਵਾਸਤੇ ਤੈਨੂੰ ਇਹ ਮਨੁੱਖਾ ਜਨਮ ਮਿਲਿਆ। ਤਬੇ ਮਾਨਸ ਦੇਹੀ ਪਾਈ, ਇਸ ਵਾਸਤੇ ਜਨਮ ਮਿਲਿਆ। ਭਈ ਪ੍ਰਾਪਤ ਮਾਨੁਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਤੇਰੀ ਬਰੀਆ। ਪਰਮਾਤਮਾ ਨੂੰ ਮਿਲਣ ਵਾਸਤੇ ਤੈਨੂੰ ਜਨਮ ਪ੍ਰਾਪਤ ਹੋਇਆ। ਇਹ ਨਹੀਂ ਵੀ ਗ੍ਰਸਤ ਨਹੀਂ ਧਾਰਨ ਕਰਨੀ, ਕੰਮ ਨਹੀਂ ਕਰਨੇ, ਨਹੀਂ, ਸਭ ਕੁਝ ਕਰਨਾ ਹੈ। ਗ੍ਰਸਤ ਵੀ ਧਾਰਨ ਕਰਨੀ ਹੈ, ਬੱਚਿਆਂ ਨੂੰ ਵੀ ਪਾਲਣਾ ਹੈ, ਕੰਮ ਵੀ ਕਰਨਾ ਹੈ, ਤੇ ਗ੍ਰਸਤ ਵਿੱਚ ਰਹਿ ਕੇ ਪ੍ਰਮਾਤਮਾ ਦੀ ਬੰਦਗੀ ਵੀ ਕਰਨੀ ਹੈ, ਪ੍ਰਮਾਤਮਾ ਦਾ ਸਿਮਰਨ ਵੀ ਕਰਨਾ ਹੈ। ਸਾਧ ਸੰਗਤ ਜੀ, ਧਰਮ ਤਾਂ ਨਹੀਂ ਮਾੜਾ ਕੋਈ, ਮਾੜਾ ਉਹ ਬੰਦਾ ਹੋ ਸਕਦਾ ਜਿਹੜਾ ਧਰਮ ਦੀ ਸਿੱਖਿਆ ਨੂੰ ਧਾਰਨ ਨਾ ਕਰੇ। ਸਾਰੇ ਧਰਮ ਇਹੀ ਉਪਦੇਸ਼ ਕਰਦੇ ਨੇ। ਅੱਜ ਤੋਂ ਕੋਈ 700 ਸਾਲ ਦੇ ਲਗਭਗ ਪਹਿਲਾਂ ਭਗਤ ਕਬੀਰ ਜੀ ਨੇ ਵੀ ਉਪਦੇਸ਼ ਕੀਤਾ ਸੀ, ਕਬੀਰ ਮਾਨਸ ਜਨਮ ਦੁਲਾਂਭੈ, ਹੋਏ ਨਾ ਬਾਰੈ ਬਾਰ, ਜਿਉ ਬਨ ਫਲ ਪਾਕੇ ਭੁਹੀ ਗਿਰੈ, ਬੌਰ ਨਾ ਲਾਗੈ ਡਾਰ। ਭਗਤ ਕਬੀਰ ਜੀ ਕਹਿੰਦੇ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੈ ਪਛਤਾਓਗੇ, ਪ੍ਰਾਣ ਜਾਏਂਗੇ ਛੂਟ। ਤੈਨੂੰ ਕਾਹਦੇ ਵਾਸਤੇ ਜਨਮ ਮਿਲਿਆ? ਜਿਹੜਾ ਆਪਾਂ ਸ਼ਬਦ ਸਰਵਣ ਕੀਤਾ, ਉਹਦੇ ਵਿੱਚ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ, ਭਗਤਾਂ ਦੀ ਬਾਣੀ ਨੇ ਸਾਨੂੰ ਉਪਦੇਸ਼ ਕੀਤਾ, ਦੱਸਿਆ ਹੈ, ਤੈਨੂੰ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਹੈ, ਤੈਨੂੰ ਭਗਤੀ ਕਰਨ ਵਾਸਤੇ ਜਨਮ ਮਿਲਿਆ। ਤੇ ਕਈ ਸਤਿਪੁਰਸ਼ ਮਹਾਂਪੁਰਸ਼ ਦੱਸਦੇ ਨੇ, ਮਾਂ ਦੇ ਗਰਭ ਵਿੱਚ ਇਹਦੀ ਲਿਵ ਜੁੜੀ ਹੋਈ ਸੀ ਪਰਮੇਸ਼ਰ ਨਾਲ, ਤੇ ਉੱਥੇ ਹਰ ਵੇਲੇ ਸਿਮਰਨ ਕਰਦਾ ਸੀ, ਕਿਉਂਕਿ ਪਾਲਣਾ ਵਾਹਿਗੁਰੂ ਕਰਦਾ ਸੀ। ਨਿਤਨੇਮ ਦੀ 5ਵੀਂ ਬਾਣੀ, ਆਨੰਦ ਸਾਹਿਬ ਦੀ 7ਵੀਂ ਪੌੜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ 917 ਅੰਗ ਤੇ ਸ਼ੁਰੂ ਹੁੰਦੀ ਹੈ, 922 ਅੰਗ ਤੇ ਸੰਪੂਰਨ ਹੁੰਦੀ ਹੈ। ਮਹਾਰਾਜ ਉਹਦੇ ਵਿੱਚ ਦੱਸਦੇ ਨੇ, ਮਾਤਾ ਕੇ ਉਦਰ ਮੈਂ ਪ੍ਰਤਿਪਾਲ ਕਰੇ, ਸੋ ਕਿਉ ਮਨੋ ਵਿਸਾਰੀਐ, ਮਨੋ ਕਿਉ ਵਿਸਾਰੀਐ ਵਿਡਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਉ ਪੋਇ ਨ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ। ਉੱਥੇ ਲਿਵ ਲੱਗੀ ਹੋਈ ਸੀ, ਮਹਾਰਾਜ ਦੀ ਬਾਣੀ ਵੀ ਮੋਹਰ ਲਾਉਂਦੀ। ਉੱਥੇ ਬੇਨਤੀ ਸੀ ਕਿ ਮੈਨੂੰ ਇੱਕ ਵਾਰੀ ਜਨਮ ਦੇ ਦੇ, ਮੈਂ ਤੇਰਾ ਸਵਾਸ ਸਵਾਸ ਸਿਮਰਨ ਕਰਾਂਗਾ। ਪਰ ਸਾਧ ਸੰਗਤ ਜੀ, ਜਦੋਂ ਜਨਮ ਹੋਇਆ, ਹੁਣ ਬੱਚਾ ਰੋਂਦਾ ਕਿਉਂ ਜਦੋਂ ਜਨਮ ਹੁੰਦਾ? ਬੱਚਾ ਤਾਂ ਰੋਂਦਾ ਹੈ ਕਿ ਪਰਮਾਤਮਾ ਵੱਲੋਂ ਲਿਵ ਛੁੜਕ ਜਾਂਦੀ ਹੈ, ਲਿਵ ਟੁੱਟ ਜਾਂਦੀ ਹੈ, ਉਦੋਂ ਫਿਰ ਬੱਚਾ ਰੋਂਦਾ ਹੈ, ਤਾਂ ਰੋਂਦਾ ਹੈ।
ਤੇ ਸਾਧ ਸੰਗਤ ਜੀ ਜਦੋਂ ਰੱਬ ਨਾਲੋਂ ਲਿਵ ਟੁੱਟਦੀ ਹੈ ਫਿਰ ਮਾਇਆ ਵਾਲਾ ਜਾਲ ਪੈਂਦਾ ਹੈ। ਅੱਜ ਵੀ ਜੇ ਸੰਸਾਰ ਤੇ ਆਪਾਂ ਦੁਖੀ ਆ ਨਾ ਤਾਂ ਰੱਬ ਨਾਲੋਂ ਲਿਵ ਤੋੜੀ ਹੋਈ ਹੈ। ਜੇ ਰੱਬ ਦਾ ਨਾਮ ਜਪਾਂਗੇ ਸੁਖੀ ਹੋ ਸਕਦੇ ਹਾਂ ਸਿਮਰਨ ਕਰਕੇ, ਪਰ ਜੇ ਰੱਬ ਦਾ ਸਿਮਰਨ ਛੱਡ ਦਾਂਗੇ, ਨਾਮ ਛੱਡ ਦਾਂਗੇ, ਸਿਮਰਨ ਛੱਡ ਦਾਂਗੇ, ਭਗਤੀ ਛੱਡ ਦਾਂਗੇ, ਫਿਰ ਦੁਖੀ ਹੋ ਜਾਵਾਂਗੇ। ਜਦੋਂ ਹਿਮਾਲਿਆ ਵਾਲੇ ਪਾਸੇ ਜਾਈਏ ਨਾ ਜਾਂ ਜੰਮੂ ਕਸ਼ਮੀਰ ਵਾਲੇ ਪਾਸੇ ਜਾਈਏ, ਠੰਡੇ ਇਲਾਕਿਆਂ ਵੱਲ ਗਰਮੀਆਂ ਦੇ ਦਿਨਾਂ 'ਚ ਕਈ ਕਿਲੋਮੀਟਰਾਂ ਤੋਂ ਪਹਿਲਾਂ ਠੰਡੀ ਹਵਾ ਆਉਣੀ ਸ਼ੁਰੂ ਹੋ ਜਾਂਦੀ, ਵੀ ਠੰਡਾ ਇਲਾਕਾ ਆ ਰਿਹਾ, ਠੰਡਾ ਸਥਾਨ ਆ ਰਿਹਾ, ਠੰਡਾ ਇਲਾਕਾ ਆ ਰਿਹਾ। ਜਦੋਂ ਰੱਬ ਵਾਲੇ ਪਾਸੇ ਤੁਰੇਗਾ ਨਾ ਤੂੰ, ਰੱਬ ਦੇ ਰਾਹ ਤੇ ਸਿਮਰਨ ਕਰੇਗਾ ਤੇ ਸੁੱਖਾਂ ਦੀ ਠੰਡੀ ਹਵਾ ਆਉਣੀ ਸ਼ੁਰੂ ਹੋ ਜਾਏਗੀ। ਕਰਿਆ ਕਰ ਰੋਜ਼ ਸਿਮਰਨ, ਨਾਮ ਜਪਿਆ ਕਰ, ਇਹਦੇ ਵਾਸਤੇ ਜਨਮ ਮਿਲਿਆ। ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਐਸਾ ਮਾਇਆ ਨੇ ਜਾਲ ਪਾਤਾ ਜੀਵ ਤੇ, ਇਹਨੂੰ ਰੱਬ ਚੇਤੇ ਨਹੀਂ ਸਿਮਰਨ, ਇਹਨੂੰ ਸਾਰੇ ਕੰਮਕਾਰ ਚੇਤੇ ਨੇ, ਪਰ ਜਿਸ ਵਾਸਤੇ ਮਨੁੱਖਾ ਜਨਮ ਮਿਲਿਆ ਹੈ, ਜਿਸ ਵਾਸਤੇ ਮਨੁੱਖਾ ਜਨਮ ਦਾ ਪ੍ਰਯੋਜਨ ਹੈ, ਮਕਸਦ ਹੈ, ਮਨੋਰਥ ਹੈ, ਉਹ ਯਾਦ ਨਹੀਂ ਹੈ ਵੀ ਮਿਲਿਆ ਕਾਦੇ ਵਾਸਤੇ। ਉਹ ਕਿਸੇ ਵਿਰਲੇ ਨੂੰ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ ਉਹਨੂੰ ਗਿਆਤ ਹੋਈ ਹੈ, ਸਮਝ ਆਈ, ਤੇ ਉਹ ਲਾਹਾ ਲੈ ਰਿਹਾ। ਗੁਰਮੁਖ ਲਾਦਾ ਮਨਮੁਖ ਗਵਾਇਆ, ਉਹ ਗਵਾ ਨਹੀਂ ਰਹੇ, ਮਨਮੁਖ ਗਵਾ ਰਹੇ ਨੇ, ਗੁਰਮੁਖ ਪਾ ਰਹੇ ਨੇ ਜਪ ਕੇ, ਆਪਣਾ ਜਨਮ ਸਫਲਾ ਕਰ ਰਹੇ। ਪਰ ਸੱਚੇ ਪਾਤਸ਼ਾਹ ਕਹਿੰਦੇ ਇਹ ਹਾਲਤ ਹੋ ਗਈ ਸੰਸਾਰ ਤੇ, ਮਾਇਆ ਨੇ ਐਸਾ ਅਮਰ ਵਰਤਾਤਾ, ਰੱਬ ਨਾਲੋਂ ਇਹਦੀ ਲਿਵ ਟੁੱਟ ਗਈ। ਮਹਾਰਾਜ ਬਾਣੀ ਵਿੱਚ ਇਸ ਤਰ੍ਹਾਂ ਸਾਨੂੰ ਉਪਦੇਸ਼ ਕਰਦੇ ਨੇ, ਐਸਾ ਮਾਇਆ ਨੇ ਅਮਰੇ ਅਵਰਤਾਇਆ, ਨਾਮ ਨਾਲੋਂ ਲਿਵ ਟੁੱਟ ਗਈ। ਮਾਇਆ ਨੇ ਅਮਰੇ ਵਰਤਾਇਆ, ਨਾਮ ਨਾਲੋਂ ਲਿਵ ਟੁੱਟ ਗਈ। ਮਾਇਆ ਨੇ ਵਰਤਾਇਆ, ਨਾਮ ਨਾਲੋਂ ਲਿਵ ਟੁੱਟ ਗਈ। ਐਸਾ ਮਾਇਆ ਨੇ ਵਰਤਾਇਆ, ਨਾਮ ਨਾਲੋਂ ਲਿਵ ਟੁੱਟ ਗਈ। ਐਸਾ ਮਾਇਆ ਨਾਮ ਨਾਲੋਂ ਲਿਵ ਟੁੱਟ ਗਈ। ਐਸਾ ਮਾਇਆ ਨੇ ਜਾਲ ਆਇਆ, ਨਾਮ ਨਾਲੋਂ ਲਿਵ ਟੁੱਟ ਗਈ। ਐਸਾ ਮਾਇਆ ਨੇ ਅਮਰ ਵਰਤਾਇਆ, ਅਮਰ ਵਰਤਾਇਆ, ਨਾਮ ਨਾਲੋਂ ਲਿਵ ਟੁੱਟ ਗਈ। ਐਸਾ ਮਾਇਆ ਨੇ ਅਮਰ ਵਰਤਾਇਆ, ਨਾਮ ਨਾਲੋਂ ਲਿਵ ਟੁੱਟ ਗਈ। ਮਾਇਆ ਨੇ ਅਮਰ ਵਰਤਾਇਆ, ਨਾਮ ਨਾਲੋਂ ਲਿਵ ਟੁੱਟ ਗਈ। ਐਸਾ ਮਾਇਆ ਨੇ ਅਮਰ ਵਰਤਾਇਆ, ਉਹ ਨਾਮ ਨਾਲੋਂ ਲਿਵ ਟੁੱਟ ਗਈ। ਮਾਇਆ ਨੇ ਅਮਰ ਨਾਮ ਨਾਲੋਂ ਜੀ ਲਿਵ ਟੁੱਟ ਗਈ। ਨਾਮ ਨਾਲੋਂ ਜੀ ਲਿਵ ਟੁੱਟ ਗਈ। ਉਹ ਨਾਮ ਨਾਲੋਂ ਜੀ ਲਿਵ ਟੁੱਟ ਗਈ। 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 ਐਸਾ ਮਾਇਆ ਨੇ ਅਮਰ ਵਰਤਾਇਆ, ਨਾਮ ਨਾਲੋਂ ਲਿਵ ਟੁੱਟ ਗਈ। ਮਾਇਆ ਨੇ
ਨਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ। ਸਾਹਿਬ ਬਾਣੀ ਵਿੱਚ ਉਪਦੇਸ਼ ਕਰਦੇ। ਸਾਧ ਸੰਗੀਏ ਸਿੱਖਿਆ ਵੀ ਹੈ, ਜਦੋਂ ਪਰਮਾਤਮਾ ਤੋਂ ਦੂਰ ਹੋਵਾਂਗੇ ਅਸੀਂ ਦੁਖੀ ਹੋਵਾਂਗੇ। ਜੇ ਸੁਖੀ ਹੋਣਾ ਚਾਹੁੰਦੇ ਆ ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ। ਰਾਮ ਦੀ ਸ਼ਰਨ ਲੈ। ਰਾਮ ਦੇ ਕੀ ਅਰਥ ਨੇ? ਜਿਹੜਾ ਪਰਮਾਤਮਾ ਰਮਿਆ ਹੋਇਆ, ਕਣ ਕਣ ਵਿੱਚ ਵਿਆਪਕ ਹੈ, ਪਰਿਪੂਰਨ ਹੈ ਰਾਮ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਰਾਮ ਸ਼ਬਦ 2533 ਵਾਰੀ ਆਉਂਦਾ ਹੈ, 2533 ਵਾਰੀ। ਹਰ ਸ਼ਬਦ ਹਰ, ਜਿਹੜੇ ਹਰੇ ਹਰੇ ਜਪਦੇ, 8344 ਵਾਰੀ ਆਉਂਦਾ ਹੈ। ਪ੍ਰਭ 1371 ਵਾਰੀ ਆਉਂਦਾ ਹੈ। ਅੱਲਾ 46 ਵਾਰੀ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਤੇ ਠਾਕੁਰ ਆਉਂਦਾ ਹੈ 216 ਵਾਰੀ। ਗੋਬਿੰਦ ਆਉਂਦਾ ਹੈ 475 ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ। ਤੇ ਵਾਹਿਗੁਰੂ ਆਉਂਦਾ ਕੇਵਲ 13 ਵਾਰੀ। ਹੁਣ ਵਾਹਿਗੁਰੂ ਦੇ ਅਰਥ 4 ਯੁੱਗਾਂ ਦੇ ਅਰਥ ਨੇ। ਵਾਹਿਗੁਰੂ ਨੂੰ ਕਿਸੇ ਵੀ ਧਰਮ ਦਾ ਜਪ ਸਕਦਾ, ਆਪਣਾ ਜਨਮ ਪਲਾ ਸਫਲਾ ਕਰ ਸਕਦਾ, ਆਪਣਾ ਪਲਾ ਕਰ ਸਕਦਾ। 4 ਅੱਖਰ ਲੱਗਦੇ ਨੇ ਵਾਹਿਗੁਰੂ ਨੂੰ, ਵਾਵਾ ਹਾਹਾ ਗੱਗਾ ਤੇ ਰਾਰਾ। ਵਾਵੇ ਤੇ ਵਾਸ ਤੇ ਹਰਿ, ਹਾਹੇ ਤੇ ਹਰੀ, ਗੱਗੇ ਤੇ ਗੋਬਿੰਦ, ਰਾਰੇ ਤੇ ਰਾਮ। ਸਤਜੁਗ ਚ ਵਾਸਦੇਵ, ਤ੍ਰੇਤਾ ਹਰੇ, ਦੁਆਪਰ ਗੋਬਿੰਦ। 4 ਯੁੱਗਾਂ ਦਾ ਨਿਚੋੜ ਹੈ ਵਾਹਿਗੁਰੂ। ਕੋਈ ਵੀ ਜਪ ਸਕਦਾ ਹੈ, ਜਿਹੜਾ ਜਪੇਗਾ ਉਹਦਾ ਭਲਾ ਹੋ ਜਾਏਗਾ। ਸਾਧ ਸੰਗੀਏ ਜਨਮ ਕਾਦੇ ਵਾਸਤੇ ਮਿਲਿਆ? ਆਪਾਂ ਜਿੱਥੋਂ ਕੀਰਤਨ ਸ਼ੁਰੂ ਕੀਤਾ, ਆਪਣੇ ਪ੍ਰਕਰਨ 'ਚ ਰਹੀਏ। ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਸਿਮਰਨ ਭਜਨ ਕਰਨ ਵਾਸਤੇ ਤੈਨੂੰ ਇਹ ਦੇਹੀ ਪ੍ਰਾਪਤ ਹੋਈ ਹੈ। ਇਹ ਕੋਈ ਆਮ ਜਨਮ ਨਹੀਂ ਹੈ, ਇਹ ਬਾਦਸ਼ਾਹੀ ਜਨਮ ਦਿੱਤਾ ਹੈ ਮਹਾਰਾਜ ਨੇ। ਇੱਕ ਘੱਟ 84 ਲੱਖ ਦਾ ਬਾਦਸ਼ਾਹੀ। ਇਸ ਧਰਤੀ ਪਰ ਤੇਰੀ ਸਿਕਦਾਰੀ, ਅਵਰ ਜੋਨ ਤੇਰੀ ਪਨਿਹਾਰੀ। ਇਹਨੂੰ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਹੀਰਿਆਂ ਵਰਗਾ ਜਨਮ ਦੱਸਿਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲਾ ਜਾਏ, ਕੌਡੀ ਬਦਲੇ ਜਾਏ। ਇਸ ਕਰਕੇ ਹੀਰਿਆਂ ਵਰਗਾ ਜਨਮ ਮਿਲਿਆ ਤੈਨੂੰ, ਤੇ ਕੌਡੀਆਂ ਦੇ ਭਾਅ ਇਹ ਜਾ ਰਿਹਾ ਤੇਰਾ। ਇਹਨੂੰ ਗਵਾ ਨਾ, ਨਾਮ ਜਪ ਕੇ ਸਫਲਾ ਕਰ ਲੈ। ਗੁਣ ਗੋਬਿੰਦ ਗਾਇਓ ਨਹੀਂ। ਇੱਥੇ ਪਹਿਲਾ ਵਿਸ਼ਰਾਮ ਹੈ ਜੀ। ਜਦੋਂ ਸੰਥਿਆ ਦਿੰਦੇ ਨੇ 2 ਵਿਸ਼ਰਾਮ ਦੱਸਦੇ ਨੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤ ਕੀ, ਨਹੀਂ ਤਾਂ ਜਨਮ ਤੇਰਾ ਨਹਿਫਲ ਚਲਿਆ ਜਾਏਗਾ, ਨਾ ਹੋਇਆ ਵਰਗ। ਗੁਣ ਗੋਬਿੰਦ ਗਾਇਓ ਨਹੀਂ, ਗੁਰੂ ਦੇ ਗੁਣ ਗਾਏ ਨਹੀਂ, ਜਨਮ ਬਿਰਥਾ ਚਲਿਆ ਗਿਆ। ਗੋਬਿੰਦ ਦੇ ਅਰਥ ਨੇ ਗੋ ਪਲਸ ਵਿੰਦ। ਗੋ ਧਰਤੀ, ਵਿੰਦ ਕਹੀਏ ਰਚਨਹਾਰ। ਜਿਹੜਾ ਧਰਤੀ ਦਾ ਰਚਨਹਾਰ ਹੈ, ਉਹਦੇ ਗੁਣ ਗਾ, ਉਹਦਾ ਨਾਮ ਜਪ, ਉਹਦਾ ਸਿਮਰਨ ਕਰ, ਤੇਰਾ ਭਲਾ ਹੋ ਜਾਏਗਾ, ਤੇਰਾ ਜਨਮ ਸਫਲਾ ਹੋ ਜਾਏਗਾ। ਗੁਰ ਸੇਵਾ ਤੇ ਭਗਤ ਕਮਾਈ, ਤਬੇ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਨੂੰ ਤਾਂ ਦੇਵਤੇ ਵੀ ਤਾਂਘਦੇ ਨੇ, ਤਰਸਦੇ ਨੇ ਵੀ ਜਨਮ ਮਿਲ ਜੇ, ਅਸੀਂ ਪ੍ਰਮਾਤਮਾ ਦਾ ਨਾਮ ਸਿਮਰਨ ਕਰਕੇ ਆਵਾਗਾਉਣ ਦਾ ਚੱਕਰ ਹੀ ਖਤਮ ਕਰ ਲਈਏ। ਬਾਰ-ਬਾਰ ਜੰਮਣ ਮਰਨ ਦੇ ਵਿੱਚ ਗੇੜ 'ਚ ਆਉਣਾ ਹੀ ਨਹੀਂ ਪਏਗਾ। ਇਸ ਦੇਹੀ ਕੋ ਸਿਮਰੈ ਦੇ, ਸੋ ਦੇਹੀ ਭਜ ਹਰ ਕੀ ਸੇਵ। ਉਹ ਦੇਹੀ ਨੂੰ ਲੋਚਦੇ ਨੇ ਜਿਹੜੀ ਦੇਹੀ ਵਿੱਚ ਪਾ ਕੇ ਸਿਮਰਨ ਕਰੀਦਾ, ਭਜਨ ਬੰਦਗੀ ਕਰੀਦਾ। ਜਾਂ ਉਹ ਦੇਹੀ ਨੂੰ ਤਾਂ ਨਮਸਕਾਰ ਦੇਵਤੇ ਵੀ ਕਰਦੇ ਨੇ, ਜਿਹੜੀ ਦੇਹੀ ਨਾਮ ਨਾਲ ਜੁੜੀ ਹੋਈ ਹੈ, ਸਿਮਰਨ ਨਾਲ ਜੁੜੀ ਹੋਈ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਪਣਾ ਕਰ ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾਹੀ ਲਾਹੋ। ਭਜੋ ਕਹਿੰਦੇ ਜਪੋ, ਇਹੀ ਇੱਕ ਲਾਹ ਹੈ, ਬਾਕੀ ਸਭ ਕੁਝ ਝਾੜ ਕੇ ਇੱਥੇ ਛੱਡ ਜਾਣਾ, ਨਾਮ ਹੀ ਨਾਲ ਜਾਣਾ। ਜਿਹੜੇ ਪੁੰਨ ਕਰਮ ਕਰਦੇ ਆ ਨਾ ਆਪਾਂ, ਇਹੀ ਨਾਲ ਜਾਂਦੇ ਨੇ, ਬਾਕੀ ਇੱਥੇ ਰਹਿ ਜਾਣੇ ਨੇ ਸਾਰੇ।
ਰੋਜ਼ ਜਿਹੜੇ ਜਪਜੀ ਸਾਹਿਬ ਪੜ੍ਹਦੇ ਨੇ, ਸ਼ਲੋਕ ਵਿੱਚ ਪੜ੍ਹਦੇ ਨੇ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਹਦੂਰ। ਚੰਗਿਆਈਆਂ ਤੇ ਬੁਰਿਆਈਆਂ ਤੇਰੀਆਂ ਧਰਮਰਾਜ ਦੇ ਹਜ਼ੂਰ ਵਾਚੀਆਂ ਜਾਣੀਆਂ ਨੇ। ਚੰਗੇ ਕਰਮ ਤੇਰੇ ਮਦਦਗਾਰ ਬਣਨਗੇ, ਤੈਨੂੰ ਬਚਾ ਲੈਣਗੇ ਕੁੰਭੀ ਨਰਕ ਤੋਂ। ਤੇ ਮਾੜੇ ਕਰਮ ਕਰਕੇ ਫਿਰ ਤੂੰ ਨਰਕਾਂ ਦਾ ਭਾਗੀ ਬਣ ਜਾਏਗਾ, ਕਿਉਂਕਿ ਜੈਸਾ ਬੀਜੈ ਸੋ ਲੂਣੇ। ਕਰਮ ਸੰਧੜਾ ਖੇ, ਕਰਮਾ ਸੰਧੜਾ ਖੇਤ। ਜਿਵੇਂ ਆ ਖੇਤ 'ਚ ਇੱਥੇ ਬਰਸੀਨ ਬੀਜਿਆ ਨਾ, ਬਰਸੀਨ ਹੀ ਹੋਇਆ। ਉਹ ਪਰਾਂ ਥੋੜਾ ਜਿਹਾ ਕਣਕ ਬੀਜੀ ਹੈ, ਉੱਥੇ ਕਣਕ ਹੋਈ ਹੈ। ਮਹਾਰਾਜ ਬਾਣੀ 'ਚ ਕਹਿੰਦੇ ਨੇ ਜੈਸਾ ਬੀਜੈ। ਜੇ ਬੁਰਾਈ ਕਿਸੇ ਨਾਲ ਈਰਖਾ ਕਰਦਾ ਨਾ, ਦਵੈਸ਼ ਕਰਦਾ, ਤੇ ਉਹਦਾ ਫਲ ਕੀ ਹੈ? ਪਾਪ ਦਾ ਨਤੀਜਾ ਦੁੱਖ, ਦੁੱਖ ਮਿਲੇਗਾ। ਪੁੰਨ ਕਰਮ ਕਰਨਾ, ਉਹਦਾ ਨਤੀਜਾ ਸੁੱਖ ਮਿਲੇਗਾ। ਇਸ ਕਰਕੇ ਸਾਧ ਸੰਗਤ ਜੀ ਦੱਸ ਰਹੇ ਸੀ, ਬਜ਼ੁਰਗ ਪੁੰਨ ਵੀ ਬੜਾ। ਕੋਈ ਰਾਹੀ ਆਏ ਜਲ ਪਾਣੀ ਛਕ ਕੇ, ਇਹ ਵੀ ਬੜਾ ਵੱਡਾ ਪੁੰਨ ਹੈ। ਬਜ਼ੁਰਗ ਪੁੰਨ ਵੀ ਬੜਾ ਕਰਦੇ, ਗੁਰੂ ਘਰ ਨਾਲ ਜੁੜੇ ਹੋਏ ਸੀ ਬਜ਼ੁਰਗ। ਇਹ ਪੁੰਨ ਕਰਮਾਂ ਕਰਕੇ ਤਾਂ ਜੀਵ ਦਾ ਭਲਾ ਹੁੰਦਾ। ਇਸ ਕਰਕੇ ਆਪਾਂ ਕਹਾਂਗੇ ਉੱਥੇ ਕਿਵੇਂ ਪੁੰਨ ਤੇ ਪਾਪ ਲਹਿਦੇ ਲਹਿਦੇ ਹੋ ਜਾਂਦੇ ਨੇ। ਮਹਾਰਾਜ 1425 ਅੰਗ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਸਮਝਾਉਂਦੇ ਨੇ। ਫੋਰ ਐਗਜ਼ਾਮਪਲ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉ ਮੱਥਨ ਮਧਾਣੀਆਂ ਤਿਉ ਮੱਥੇ ਧਰਮ ਰਾਏ। ਕਹਿੰਦੇ ਜਿਹੜੇ ਪਾਪੀ ਕਰਮ ਕਮਾਉਂਦੇ ਨੇ ਨਾ, ਫਿਰ ਉੱਥੇ ਨਰਕ ਵਿੱਚ ਹਾਏ ਹਾਏ ਹੁੰਦੀ ਹੈ। ਉਹਨਾਂ ਦੇ ਪੁੰਨ ਕਰਮ ਤੇ ਬੁਰੇ ਕਰਮ, ਉਹ ਲਹਿਦੇ ਲਹਿਦੇ ਧਰਮਰਾਜਾ ਇਸ ਤਰ੍ਹਾਂ ਕਰ ਦਿੰਦਾ ਹੈ, ਨਾਨਕ ਜਿਉ ਮੱਥਨ ਮਧਾਣੀਆਂ ਤਿਉ ਮੱਥੇ ਧਰਮ ਰਾਏ। ਆ ਜਿਵੇਂ ਆਪਾਂ ਘਰਾਂ 'ਚ ਦੁੱਧ ਨਹੀਂ ਰਿੜਕਦੇ, ਇਹ ਪ੍ਰਮਾਣ ਦੇ ਕੇ ਸਮਝਾਇਆ। ਰਿੜਕੀ ਜਾਂਦੇ ਆ, ਰਿੜਕੀ ਜਾਂਦੇ ਆ ਦਹੀਂ ਨੂੰ, ਤੇ ਮੱਖਣ ਲਹਿਦਾ ਹੋ ਜਾਂਦਾ, ਲੱਸੀ ਲਹਿਦੀ ਹੋ ਜਾਂਦੀ। ਕਹਿੰਦੇ ਧਰਮਰਾਜ ਨੇ ਇਸ ਤਰ੍ਹਾਂ ਰਿੜਕ ਦੇਣੇ ਨੇ, ਪੁੰਨ ਤੇ ਪਾਪ ਲਹਿਦੇ ਲਹਿਦੇ ਕਰ ਦੇਣੇ ਨੇ। ਪੁੰਨ ਪਾਪ ਸਭ ਬੀਜਦੇ, ਪੁੰਨ ਪਾਪ ਜੋ ਬੀਜਦੇ ਸਭ ਧਰਮਰਾਏ ਕਹਿ ਜਾਈ। ਸਾਰੇ ਵਾਚੇ ਜਾਂਦੇ ਨੇ ਉਹ ਦਰਗਾਹ ਦੇ ਵਿੱਚ। ਮਹਾਰਾਜ ਕਹਿੰਦੇ ਨੇ ਬਾਣੀ ਵਿੱਚ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਨੀ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ। ਪੁੰਨ ਪਾਪ ਨੀ ਜਿੰਦੜੀਏ ਤੇਰੇ, ਤਕੜੀ ਤੇ ਤੋਲੇ ਜਾਣਗੇ।
ਬੁਰਾਈਆਂ ਵਾਚੈ ਧਰਮ ਦੂਰ। ਜਦੋਂ ਬੰਦਾ ਚੰਗੇ ਕਰਮ ਕਰਦਾ ਨਾ ਸਾਧ ਸੰਗਤ ਜੀ, ਜਦੋਂ ਮੌਤ ਆਉਂਦੀ ਉਹਨੂੰ ਰੱਬ ਚੇਤੇ ਆਉਂਦਾ ਹੈ। ਤੇ ਜਦੋਂ ਰੱਬ ਚੇਤੇ ਆਵੇ ਸਮਝ ਲਓ ਬੰਦੇ ਦਾ ਆਵਾ ਗਾਉਣ ਜੰਮਣ ਮਰਨ ਕੱਟਿਆ ਗਿਆ। ਪਰ ਹਰੇਕ ਦੀ ਗੱਲ ਨਹੀਂ। ਜੇ ਕੋਈ ਕਹੇਗਾ ਵੀ ਚਲੋ ਜੀ ਜਦੋਂ ਮੌਤ ਆਏਗੀ ਆਪਾਂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰ ਲਾਂਗੇ ਭਲਾ ਹੋ ਜੀ, ਨਹੀਂ ਨਹੀਂ, ਇਸ ਤਰ੍ਹਾਂ ਨਹੀਂ। ਜਿਨ੍ਹਾਂ ਨੇ ਪਹਿਲਾਂ ਸ਼ੁਭ ਕਰਮ ਕੀਤੇ ਨੇ, ਨਾਮ ਜਪਿਆ ਸਿਮਰਨ ਕੀਤਾ ਵਕਤੇ ਅੰਤ, ਉਹਨਾਂ ਦੇ ਮੁਖ 'ਚ ਜਦੋਂ ਨਾਮ ਹੁੰਦਾ ਤੇ ਭਲਾ ਹੋ ਜਾਂਦਾ। ਦਸਵੇਂ ਪਾਤਸ਼ਾਹ ਗੁਰਦੁਆਰਾ ਜਿੱਥੇ ਤਿੱਤਰ ਸਾਹਿਬ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤਿੱਤਰ ਦਾ ਉਧਾਰ ਕੀਤਾ ਮਹਾਰਾਜ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸਾ ਨੂੰ ਕਹਿੰਦੇ ਨੇ, ਖਾਲਸਾ ਜੀ ਉਹ ਤਿੱਤਰ ਅੱਖ ਤੋਂ ਕਾਣਾ ਹੈ। ਕਹਿੰਦੇ ਮਹਾਰਾਜ ਨੂੰ ਕਿਵੇਂ ਪਤਾ? ਉਹ ਤਾਂ ਬਹੁਤ ਦੂਰ ਹੈ। ਕਹਿੰਦੇ ਸਤਿਗੁਰ ਅੰਤਰਜਾਮੀ ਸਭ ਜਾਣਦੇ ਨੇ। ਅੰਤਰਜਾਮੀ ਸਭ ਵਿਦ ਜਾਣੈ ਤਾਂ ਕਿਸ ਪੈ ਆਖ ਸੁਣਾਈਏ। ਮਹਾਰਾਜ ਕਹਿੰਦੇ ਉਹ ਫੜ ਕੇ ਲਿਆਓ। ਫੜਨ ਗਏ, ਤਿੱਤਰ ਨੇ ਬੜੀਆਂ ਉਡਾਰੀਆਂ ਮਾਰੀਆਂ, ਪਰ ਖਾਲਸੇ ਨੇ ਫੜ ਲਿਆ। ਜਦੋਂ ਫੜਿਆ ਅੱਖ ਤੋਂ ਕਾਣਾ ਸੀ। ਖਾਲਸਾ ਕਹਿੰਦਾ ਮਹਾਰਾਜ ਕਹਿੰਦੇ ਸੀ ਅੱਖ ਤੋਂ ਕਾਣਾ, ਅੱਖ ਤੋਂ ਕਾਣਾ ਹੀ। ਮਹਾਰਾਜ ਕੋਲ ਲਿਆਏ। ਮਹਾਰਾਜ ਕਹਿੰਦੇ ਪਤਾ ਇਹ ਕੌਣ ਹੈ? ਮਹਾਰਾਜ ਕੌਣ ਹੈ? ਮਹਾਰਾਜ ਕਹਿਣ ਲੱਗੇ ਇਹ ਭੂਮ ਦਾ, ਇਹ ਜ਼ਮੀਨ ਦਾ ਮਾਲਕ ਹੈ। ਇਹ ਜ਼ਮੀਨ ਦਾ ਇਹ ਮਾਲਕ ਹੈ, ਮਾਲਕ ਸੀ ਇਹ ਜ਼ਮੀਨ ਦਾ। ਫਿਰ ਮਹਾਰਾਜ ਇਹ ਤਿੱਤਰ ਕਿਉਂ ਬਣਿਆ? ਸੱਚੇ ਪਾਤਸ਼ਾਹ ਕਹਿੰਦੇ ਕੋਈ ਸਿਮਰਨ ਭਜਨ ਬੰਦਗੀ ਨਹੀਂ ਕੀਤੀ। ਜਦੋਂ ਇਹਨੂੰ ਮੌਤ ਆਈ, ਵਕਤੇ ਅੰਤ ਦਾ ਟਾਈਮ ਆਇਆ ਦੁਨੀਆ ਤੇ ਜਾਣ ਦਾ, ਉਦੋਂ ਇਹਦਾ ਧਿਆਨ ਜ਼ਮੀਨ ਵਿੱਚ ਤੁਰ ਗਿਆ। ਜਦੋਂ ਜ਼ਮੀਨ 'ਚ ਤੁਰ ਗਿਆ, ਜਿਵੇਂ ਦੀ ਵਾਸ਼ਨਾ ਹੋਵੇਗੀ ਵਕਤੇ ਅੰਤ ਬੰਦੇ ਦੀ, ਵੈਸਾ ਹੀ ਫਿਰ ਉਹਨੂੰ ਭੁਗਤਣਾ ਪੈਂਦਾ ਹੈ। ਤੇ ਮਹਾਰਾਜ ਨੂੰ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਦੇ ਸਿੰਘ ਸੱਚੇ ਪਾਤਸ਼ਾਹ ਕਿਹੜੀ ਕਿਹੜੀ ਵਾਸ਼ਨਾ ਨਾਲ ਬੰਦਾ ਇਹ ਜੂਨਾਂ ਵਿੱਚ ਜਾਂਦਾ, ਕਿਰਪਾ ਕਰਕੇ ਸਾਨੂੰ ਦੱਸੋ। ਮਹਾਰਾਜ ਕਹਿਣ ਲੱਗੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ 2526 ਅੰਗ ਤੇ, ਮਾਫ ਕਰਨਾ 526 ਅੰਗ ਤੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 1430 ਨੇ ਕੁੱਲ। 526 ਅੰਗ ਤੇ ਤਰਲੋਚਨ ਭਗਤ ਦਾ ਸ਼ਬਦ ਹੈ, ਜਿੰਦੇ ਵਿੱਚ ਵਾਸ਼ਨਾ ਦਸੀਆਂ ਨੇ। ਜੇ ਵਕਤੇ ਅੰਤ ਜਦੋਂ ਬੰਦੇ ਦਾ ਟਾਈਮ ਆਵੇ ਮਰਨ ਦਾ, ਦੁਨੀਆ ਤੋਂ ਜਾਣ ਦਾ, ਜਿਵੇਂ ਦੀ ਵਾਸ਼ਨਾ ਹੋਵੇਗੀ ਉਵੇਂ ਦੀ ਜੂਨ ਮਿਲ ਜੇਗੀ। ਮਹਾਰਾਜ ਉਹ ਦੱਸੋ ਕਿਰਪਾ ਕਰਕੇ ਸਾਨੂੰ ਸੁਣਾਓ। ਮਹਾਰਾਜ ਕਹਿੰਦੇ ਸੁਣੋ ਫਿਰ ਸਾਰੇ, ਜਿਵੇਂ ਆਪਾਂ ਬੈਠੇ ਐਵੇਂ ਬੈਠੇ ਸੀ ਸਾਰੇ। ਸੱਚੇ ਪਾਤਸ਼ਾਹ ਸੁਣਾ ਰਹੇ ਸੀ। ਮਹਾਰਾਜ ਕਹਿੰਦੇ ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਣ ਵੱਲ ਵੱਲ ਉਤਰੈ। ਮਹਾਰਾਜ ਕਹਿੰਦੇ ਜਦੋਂ ਮੌਤ ਦਾ ਟਾਈਮ ਆ ਜੇ, ਜਾਣ ਦਾ ਸਮਾਂ ਆ ਜੇ, ਇਹਦਾ ਧਿਆਨ ਟੁਰ ਜੇ ਮਾਇਆ ਦੇ ਵਿੱਚ ਵੀ ਮੇਰੀ ਇੰਨੀ ਮਾਇਆ ਹੈ, ਕੀ ਬਣੇਗਾ? ਤੇ ਉਧਰ ਮੌਤ ਆ ਜੇ ਤੇ ਕਹਿਣ ਲੱਗੇ ਫਿਰ ਉਹਨੂੰ ਸੱਪ ਦੀ ਜੂਨੀ ਜਾਣਾ ਪਏਗਾ, ਉਹਨੂੰ ਸੱਪ ਦੀ ਜੂਨੀ ਮਿਲੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ, ਕੋਈ ਬਣਾਈ ਗੱਲ ਨਹੀਂ ਵੀ ਨਹੀਂ ਹੋ ਸਕਦਾ, ਇਹ ਹੋਏਗਾ। ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਨੇ 550 ਸਾਲ ਪਹਿਲਾਂ ਬਚਨ ਕੀਤਾ, ਉਹ ਅੱਜ ਵੀ ਹੈ। ਸਾਇੰਟਿਸਟ ਵਿਗਿਆਨਕ ਨਹੀਂ ਮੰਨਦੇ ਸੀ ਧਰਤੀ ਹੋਰ ਹੈ। ਜਦੋਂ ਇਹਨਾਂ ਨੇ 100 ਸਾਲ ਦੀ ਸਰਚ ਕੀਤੀ, ਖੋਜ, ਇੱਕ ਕਹਿ ਦਈਏ ਸਰਚ ਨਹੀਂ ਹੈ ਇਹਨਾਂ ਦੀ, ਰੀਸਰਚ ਹੈ। ਖੋਜ ਤੇ ਹੁੰਦੀ ਹੈ ਕੋਈ ਨਵੀਂ ਚੀਜ਼ ਖੋਜ ਕੀਤੀ ਜਾਵੇ। ਖੋਜ ਤੇ ਗੁਰੂਆਂ ਦੀ ਸੀ, ਖੋਜ ਤੇ ਧਰਤੀ ਦੇ ਰਿਸ਼ੀਆਂ ਮੁਨੀਆਂ ਦੀ ਸੀ। ਉਹਨੂੰ ਪ੍ਰੈਕਟੀਕਲ ਕਰ ਰਹੇ ਨੇ, ਦੇਖ ਰਹੇ ਨੇ ਵੀ ਹਾਂ ਬਿਲਕੁਲ ਹੈ, ਰੀਸਰਚ ਹੈ, ਸਰਚ ਨਹੀਂ ਹੈ ਵਿਗਿਆਨਕਾਂ ਦੀ, ਰੀਸਰਚ ਕਰ ਰਹੇ ਨੇ। ਸਰਚ ਤੇ ਰਿਸ਼ੀਆਂ ਮੁਨੀਆਂ ਦੀ ਸੀ, ਪਹਿਲਾਂ ਅਵਤਾਰਾਂ ਦੀ ਸੀ, ਸਾਡੇ ਗੁਰੂਆਂ ਦੀ ਸਰਚ ਸੀ ਇੱਥੇ ਦੁਨੀਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਪਹਿਲੀ ਬਾਣੀ ਜਪਜੀ ਸਾਹਿਬ,
ਤੇ 16ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਅੱਜ ਤੋਂ 550 ਸਾਲ ਦੇ ਲਗਭਗ ਪਹਿਲਾਂ ਕਹਿਤਾ ਸੀ, ਧਰਤੀ ਹੋਰ ਪਰੈ ਹੋਰ ਹੋਰ। ਤੇ ਇਹਨਾਂ ਖੋਜ ਕੀਤੀ ਹੈ ਤੇ ਹੁਣ ਕਹਿੰਦੇ ਧਰਤੀ ਹੋਰ ਹੈ। ਮਹਾਰਾਜ 550 ਸਾਲ ਪਹਿਲਾਂ ਕਹਿ ਗਏ ਸੀ। ਇਸ ਕਰਕੇ ਇਹਦਾ ਹੁਕਮ ਨਹੀਂ ਬਦਲਿਆ ਜਾ ਸਕਦਾ। ਇਹ ਤੁਰਕੀ ਬਾਣੀ ਦਾ ਹੁਕਮ ਹੈ। ਜੇ ਵਕਤੇ ਅੰਤ ਬੰਦੇ ਦੀ ਜਦੋਂ ਮੌਤ ਆਉਂਦੀ ਹੈ, ਧਿਆਨ ਮਾਇਆ 'ਚ ਜਾਏਗਾ ਤੇ ਸੱਪ ਦੀ ਜੂਨ 'ਚ ਜਾਏਗਾ। ਸਰਪ ਜੋਣ ਵਲ ਵਲ ਉਤਰੇ। ਅੱਗੇ ਭਗਤ ਜੀ ਕਹਿੰਦੇ ਨੇ, ਅਰੇ ਭਾਈ ਗੋਬਿੰਦ ਨਾਮ ਮਤ ਬਿਸਰੈ। ਮੇਰੀਏ ਭੈਣੇ, ਅਰੇ ਬਾਈ ਦੇ ਅਰਥ ਮੇਰੀਏ ਭੈਣੇ, ਕਿਤੇ ਰੱਬ ਨੂੰ ਵਿਸਾਰ ਨਾ ਦਈ, ਭੁਲਾ ਨਾ ਦਈ, ਨਹੀਂ ਤਾਂ ਜੂਨਾਂ ਵਿੱਚ ਜਾਣਾ ਪੈਂਦਾ। ਅੱਗੇ ਮਹਾਰਾਜ ਹੋਰ ਕਿਹੜੀ ਵਾਸ਼ਨਾ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੁਣਾ ਰਹੇ ਨੇ ਖਾਲਸੇ ਨੂੰ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬੇਸਵਾ ਜੋਨ ਵਲ ਵਲ ਉਤਰ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਜਦੋਂ ਵਕਤੇ ਅੰਤ ਬੰਦੇ ਦਾ ਜਾਣ ਦਾ ਸਮਾਂ ਆ ਜੇ ਤੇ ਇਹਦਾ ਧਿਆਨ ਘਰ ਵਾਲੀ ਵਿੱਚ ਤੁਰ ਜੇ ਵੀ ਮੇਰੀ ਘਰ ਵਾਲੀ ਬੜੀ ਸਿਆਣੀ ਸੀ, ਬਹੁਤ ਰੱਬ ਦੀ ਕਿਰਪਾ ਰੂਪ ਰੇਖ ਮਹਾਰਾਜ ਨੇ ਬਖਸ਼ਿਸ਼ ਕੀਤਾ ਸੀ, ਤੇ ਮਹਾਰਾਜ ਕਹਿੰਦੇ ਉਧਰ ਮੌਤ ਹੋ ਜੇ ਤੇ ਉਹਨੂੰ ਜੂਨ ਮਿਲੇਗੀ ਬੇਸਵਾ ਦੀ। ਬੇਸਵਾ ਜੂਨ ਵੱਲ ਵੱਲ ਉਤਰੇ। ਪਰਿਵਾਰ ਨਾਲ ਬੱਚਿਆਂ ਨਾਲ ਸਨੇਹ ਕਰਨਾ ਹੈ, ਪਰ ਇੰਨਾ ਸਨੇਹ ਨਹੀਂ ਕਰਨਾ ਕਿ ਉਹਨੂੰ ਰੱਬ ਭੁੱਲ ਜੇ, ਸਿਮਰਨ ਭੁੱਲ ਜੇ। ਫਿਰ ਮਾਰ ਕਹਿੰਦੇ, ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਰਾਮ ਨਾਮ ਬਿਨ ਬਾਜੀ ਹਾਰੀ। ਫਿਰ ਤੂੰ ਇਸ ਸੰਸਾਰ ਤੋਂ ਬਾਜੀ ਹਾਰ ਜਾਏਗਾ। ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇ, ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਗਾ। ਉਹ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਏਗਾ, ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਏਗਾ, ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਏਗਾ, ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਏਗਾ। ਹਾਰ ਜਾਵੇਗਾ ਬਾਜੀ ਹਾਰ ਜਾਵੇ, ਹਾਰ ਜਾਵੇਗਾ ਬਾਜੀ ਹਾਰ ਜਾਵੇਗਾ। ਉਹ ਹਾਰ ਜਾਏਗਾ ਬਾਜੀ ਹਾਰ ਜਾਏਗਾ, ਹਾਰ ਜਾਵੇਗਾ ਬਾਜੀ ਹਾਰ ਜਾਏਗਾ, ਹਾਰ ਜਾਏਗਾ ਬਾਜੀ ਹਾਰ ਜਾਏਗਾ, ਹਾਰ ਜਾਏਗਾ ਬਾਜੀ ਹਾਰ ਜਾਏਗਾ। ਤੁਰਕੀ ਬਾਣੀ ਵਿੱਚ ਮਹਾਰਾਜ ਕਹਿ ਰਹੇ ਨੇ, ਵੇਖੀ ਆਪਣੇ ਉੱਚੇ ਉੱਚੇ ਘਰ ਸੋਹਣੇ ਪਰਿਵਾਰ ਦੇ ਜੀਆਂ ਵਿੱਚ ਲੁਭਾਇਮਾਨ ਹੋ ਕੇ ਰੱਬ ਨੂੰ ਵਿਸਾਰ ਨਾ ਦਈ, ਭੁਲਾ ਨਾ ਦਈ ਰੱਬ ਨੂੰ, ਨਹੀਂ ਤੇ ਤੇਰਾ ਜਨਮ ਬਿਰਥਾ ਤੁਰ ਜੇ। ਜਿਹੜਾ ਪਰਮਾਤਮਾ ਨੂੰ ਮਿਲਣ ਵਾਸਤੇ ਜਨਮ ਮਿਲਿਆ, ਬੰਦਗੀ ਕਰਨ ਵਾਸਤੇ, ਜਿਹੜਾ 84 ਨੂੰ ਖਤਮ ਕਰਨ ਵਾਸਤੇ, ਕੱਟਣ ਵਾਸਤੇ ਜਨਮ ਮਿਲਿਆ, ਉਹਨੂੰ ਗਵਾ ਨਾ ਲਈ ਮੌਕੇ ਨੂੰ। ਉੱਚੇ ਮੰਦਰ ਸੁੰਦਰ ਨਾਰੀ, ਰਾਮ ਨਾਮ ਬਿਨ ਬਾਜੀ ਹਾਰੀ। ਉੱਚੇ ਮੰਦਰ ਨ ਵੇਖ ਬਾਜੀ ਹਾਰ ਜਾਵੇ, ਮੰਦਰ ਨਾ ਵੇਖ ਬਾਜੀ ਹਾਰ ਜਾਵੇਗਾ। ਹੋ ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਏਗਾ, ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਵੇਗਾ, ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਏਗਾ, ਉੱਚੇ ਮੰਦਰ ਨਾ ਵੇਖ ਬਾਜੀ ਹਾਰ ਜਾਏਗਾ। ਉੱਚੇ ਮੰਦਰ ਸੁੰਦਰ ਕਰ ਨਾਰੀ, ਬਾਜੀ ਹਾਰੀ ਨਾਮ ਤੋਂ ਬਿਨਾ। ਉੱਚੇ ਮੰਦਰ ਸੁੰਦਰ ਕਰ ਨਾਰੀ, ਬਾਜੀ ਹਾਰੀ ਨਾਮ
ਹਾਰੀ ਨਾਮ ਤੋਂ ਬਿਨਾ ਉੱਚੇ ਮੰਦਰ ਸੁੰਦਰ ਕਰਨਾਰੇ ਬਾਜੀ ਹਾਰੀ ਨਾਮ ਤੋਂ ਬਿਨਾ ਉੱਚੇ ਮੰਦਰ ਸੁੰਦਰ ਕਰਨਾਰੇ ਬਾਜੀ ਹਾਰੀ ਨਾਮ ਤੋਂ ਬਿਨਾ ਉੱਚੇ ਮੰਦਰ ਸੁੰਦਰ ਕਰਨਾਰੇ ਬਾਜੀ ਹਾਰੀ ਨਾਮ ਤੋਂ ਬਿਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜੇ ਵਕਤਿਅੰਤ ਧਿਆਨ ਟੁਰ ਜੇ ਘਰ ਵਾਲੀ ਵਿੱਚ ਫਿਰ ਬੇਸਵਾ ਦੀ ਜੂਨ ਜਾਣਾ ਪੈਂਦਾ। ਮਹਾਰਾਜ ਹੋਰ ਕਿਹੜੀ ਵਾਸਨਾ ਹੈ? ਮਹਾਰਾਜ ਕਹਿੰਦੇ ਸੁਣੋ ਫਿਰ, ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਵੱਲ ਵੱਲ ਉਤਰੈ। ਜਦੋਂ ਬੰਦੇ ਨੂੰ ਮੌਤ ਦਾ ਸਮਾਂ ਆ ਜੇ ਤੇ ਵਕਤਿਅੰਤ ਧਿਆਨ ਟੁਰ ਜੇ ਆਪਣੇ ਬੱਚਿਆਂ ਵਿੱਚ ਪੁੱਤਰਾਂ ਵਿੱਚ, ਹੈ ਪੁੱਤਰਾਂ ਦਾ ਕੀ ਬਣੇਗਾ? ਤੇ ਉਸੇ ਸਮੇਂ ਸੰਸਾਰ ਤੇ ਵਿਛੋੜਾ ਹੋ ਜੇ ਤੇ ਫਿਰ ਕਹਿੰਦੇ ਉਹਨੂੰ ਜੂਨ ਮਿਲੇਗੀ ਸੂਰ ਦੀ। ਸੂਰ ਦੇ ਮਗਰ ਕਈ ਬੱਚੇ ਲੱਗੇ ਹੁੰਦੇ ਨੇ ਸੂਰਨੀ ਦੇ। ਸੂਕਰ ਜੋਨ ਵੱਲ ਵੱਲ ਉਤਰੇ। ਅੱਗੇ ਮਹਾਰਾਜ ਕਹਿੰਦੇ ਸੁਣੋ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਪ੍ਰੇਤ ਜੋਨ ਵੱਲ ਵੱਲ ਉਤਰੈ। ਵਕਤ ਅੰਤ ਜੇ ਧਿਆਨ ਟੁਰ ਜੇ ਘਰ ਵਿੱਚ ਵੀ ਮੈਂ ਤਾਂ ਇਹਦੇ ਤੇ 50 ਲੱਖ ਰੁਪਇਆ ਲਾਤਾ ਸੀ ਕੋਠੀ ਤੇ, ਪਰ ਮੈਂ ਤਾਂ ਲੰਮਾ ਹੀ ਪੈ ਗਿਆ, ਸੁੱਖ ਹੰਡਾਣੇ ਨਹੀਂ ਹੋਏ, ਉਧਰ ਮੌਤ ਹੋ ਜੇ ਤੇ ਸੱਚੇ ਪਾਤਸ਼ਾਹ ਕਹਿੰਦੇ ਫਿਰ ਪ੍ਰੇਤ ਬਣ ਕੇ ਜਿਹੜੇ ਘਰ ਖਾਲੀ ਰਹਿੰਦੇ ਨੇ ਨਾ, ਕੋਈ ਵਸਦਾ ਨਹੀਂ, ਉੱਥੇ ਪ੍ਰੇਤ ਵਸਦੇ ਹੁੰਦੇ ਨੇ। ਫਿਰ ਪ੍ਰੇਤ ਪਿੰਜਰ ਮੈਂ ਦੂਖ ਕਨੇਰੇ, ਉੱਥੇ ਵਸਦੇ ਨੇ। ਫਰੀਦਾ ਮਹਿਲ ਨਿਸਖਣ ਰਹਿ ਗਏ, ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਬੈਸਾਂ ਰੂਹਾਂ ਮਲ। ਉੱਥੇ ਵਾਸਾ ਹੁੰਦਾ ਉਹਨਾਂ ਦਾ। ਪ੍ਰੇਤ ਪਿੰਜਰ ਮੈਂ ਦੂਖ ਕਨੇਰੇ, ਪ੍ਰੇਤ ਜੂਨ ਉਹਨਾਂ ਨੂੰ ਮਿਲਦੀ ਜਿੰਦਾ ਧਿਆਨ ਵਕਤਿਅੰਤ ਜਦੋਂ ਦੁਨੀਆ ਤੋਂ ਜਾਣ ਦਾ ਮੌਤ ਦਾ ਸਮਾਂ ਹੋਵੇ, ਧਿਆਨ ਟੁਰ ਜੇ ਆਪਣੇ ਘਰ ਦੇ ਵਿੱਚ ਪ੍ਰੇਤ ਜੁਨੀ ਮਿਲਦੀ ਉਹਨੂੰ। ਤੇ ਮਹਾਰਾਜ ਕਹਿੰਦੇ ਇੱਕ ਵਾਸ਼ਨਾ ਹੈ, ਜੇ ਉਹ ਵਾਸ਼ਨਾ ਹੋਵੇ ਨਾ ਇਨਸਾਨ ਵਿੱਚ, ਫਿਰ ਉਹ ਇਨਸਾਨ ਸਿੱਧਾ ਸੱਚਖੰਡ ਜਾਂਦਾ ਹੈ। ਮਹਾਰਾਜ ਉਹ ਕਿਹੜੀ? ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਲੋਚਨ ਤੇ ਨਰ ਮੁਕਤਾ ਪਿਤੰਬਰ ਵਾਕਿਆ ਹਿਰਦੈ ਬਸੈ। ਮਹਾਰਾਜ ਕਹਿੰਦੇ ਵਕਤ ਅੰਤ ਹੋਵੇ ਬੰਦੇ ਦਾ ਦੁਨੀਆ ਤੇ ਜਾਣ ਦਾ, ਤੇ ਮੂੰਹ ਚੋਂ ਨਿਕਲਦਾ ਹੋਵੇ ਪ੍ਰਮਾਤਮਾ ਦਾ ਨਾਮ, ਵਾਹਿਗੁਰੂ ਵਾਹਿਗੁਰੂ ਜਾਂ ਰਾਮ, ਜਿਹੜਾ ਨਾਮ ਜਪਦਾ ਰੱਬ ਦਾ, ਖੁਦਾ ਕੋਈ ਅੱਲਾ, ਨਾ ਤਾਂ ਸਾਰੇ ਰੱਬ ਦੇ ਨੇ। ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਹਾ ਸੀ, ਮਹਾਰਾਜ ਕਿਹੜਾ ਨਾਮ ਜਪੀਏ? ਕਹਿੰਦੇ ਨਾਲ ਪਾਰ ਹੋਵਾਂਗੇ। ਕੋਈ ਹਰੇ ਹਰੇ, ਕੋਈ ਘਨਸ਼ਾਮ, ਕੋਈ ਰਾਮ। ਮਹਾਰਾਜ ਕਹਿੰਦੇ ਜਿਵੇਂ ਦਰਿਆ ਵਿੱਚ ਕਈ ਬੇੜੀਆਂ ਹੁੰਦੀਆਂ ਨੇ ਨਾ, ਜਿਹੜਾ ਬੇੜੀ ਤੇ ਸਵਾਰ ਹੋ ਜਾਂਦਾ ਪਾਰ ਹੋ ਜਾਂਦਾ, ਬਸ ਜਪ ਲਓ ਪਾਰ ਹੋ ਜਾਓਗੇ। ਪਰ ਗੁਰਮਤਿ ਦਾ ਸਿਧਾਂਤ ਗੁਰੂ ਨਾਨਕ ਦਾ ਵਾਹਿਗੁਰੂ, ਇਹਦੇ ਵਿੱਚ ਸਾਰੇ ਧਰਮਾਂ ਦਾ ਨਿਚੋੜ ਹੈ। ਨਾਮ ਨਹੀਂ ਪਰਮੇਸ਼ਰ ਦਾ ਮਾੜਾ। ਇੱਕ ਨੇ ਸਹੀ ਉਪਦੇਸ਼ ਨਹੀਂ ਸੁਣਿਆ ਸੀ ਗੁਰੂ ਦਾ, ਉਹ ਉਲਟਾ ਨਾਮ ਹੀ ਜਪਣ ਲੱਗ ਗਿਆ ਸੀ। ਉਲਟਾ ਨਾਮ ਦੱਸਿਆ ਕੁਛ ਹੋਰ ਸੀ, ਤੇ ਇੰਨੀ ਭਾਵਨਾ ਨਾਲ ਉਲਟਾ ਨਾਮ ਜਪਿਆ ਕਿ ਪਰਮੇਸ਼ਰ ਨੂੰ ਵੀ ਉਹਦੇ ਸਾਹਮਣੇ ਆਉਣਾ ਪਿਆ ਵੀ ਇਹਦੀ ਅੰਦਰੋਂ ਭਾਵਨਾ ਸੱਚੀ ਸੀ। ਭਾਵੇਂ ਨਾਮ 'ਚ ਇਹਨੂੰ ਫਰਕ ਲੱਗ ਗਿਆ, ਪਰ ਅੰਦਰੋਂ ਇਹ ਸਾਡੇ ਨਾਲ ਜੁੜਦਾ ਰਿਹਾ, ਸਾਡਾ ਧਿਆਨ ਧਰਦਾ ਰਿਹਾ। ਵੇਲੋਂ ਦਾ ਵੀ ਭਲਾ, ਇਹ ਦਮਦਮੀ ਟਕਸਾਲ ਦੀ ਪਹਿਲੀ ਪੋਥੀ ਵਿੱਚ ਆਉਂਦਾ ਹੈ ਪ੍ਰਮਾਣ, ਜਪਜੀ ਸਾਹਿਬ ਦੀ ਕਥਾ ਦੇ ਵਿੱਚ। ਇਸ ਕਰਕੇ ਸੋ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਜਦੋਂ ਵਕਤ ਅੰਤ ਬੰਦੇ ਦਾ ਹੋਵੇ, ਉਦੋਂ ਮੁੱਖ ਵਿੱਚ ਨਾਮ ਹੋਵੇ ਫਿਰ ਭਲਾ ਹੁੰਦਾ। ਪਰ ਐਵੇਂ ਨਹੀਂ ਵੀ ਹਰੇਕ ਹੀ ਕੋਈ ਹੁਣ ਸੁਣ ਲਈਏ ਆਪਾਂ ਜੀ, ਕੋਈ ਨਹੀਂ, ਜਦੋਂ ਆਪਣਾ ਟਾਈਮ ਆਇਆ ਨਾ
ਇਹ ਆਪਾਂ ਵਾਹਿਗੁਰੂ ਕਹਿ ਲਾਂਗੇ, ਆਪਣਾ ਭਲਾ ਹੋ ਜਾਣਾ। ਪਰ ਭਾਈ ਗੁਰਦਾਸ ਜੀ ਵਾਰ ਵਿੱਚ ਕਹਿੰਦੇ ਨੇ ਨਹੀਂ, ਜੇ ਕਿਸੇ ਦੇ ਘਰ ਅੱਗ ਲੱਗ ਜੇ, ਅੱਗ ਲੱਗੀ ਹੋਵੇ ਤੇ ਕਹਿੰਦੇ ਮੈਂ ਜਾ ਕੇ ਕੂਆ ਖੋਦਣਾ, ਹੁਣੇ ਬੁਝਾ ਦੇਣਾ। ਕਹਿੰਦੇ ਇਸ ਤਰ੍ਹਾਂ ਨਹੀਂ ਬੁਝਣੀ, ਫਿਰ ਇੰਨੇ ਨੂੰ ਤਾਂ ਸੜ ਜਾਣਾ ਸਭ ਕੁਝ। ਦੂਜਾ ਪ੍ਰਮਾਣ ਦਿੱਤਾ, ਕਹਿੰਦੇ ਜੇ ਕੋਈ ਲੜਾਈ ਹੋਵੇ, ਜੇ ਜੰਗ ਹੋ ਜੇ, ਜਦੋਂ ਜੰਗ ਹੋਵੇ, ਕੋਈ ਨਹੀਂ ਮੈਨੂੰ ਜਾਣ ਦੋ, ਮੈਂ ਵਿਦਿਆ ਸਿੱਖ ਕੇ ਆਉਣਾ, ਸ਼ਾਸਤਰ ਵਿਦਿਆ। ਕਹਿੰਦੇ ਫਿਰ ਵਿਦਿਆ ਸਿੱਖਣ ਥੋੜਾ ਜਾਣਦੇ। ਫਿਰ ਕਹਿੰਦੇ ਜਿਵੇਂ ਸੰਗ ਜਾਂਦਾ ਹੋਵੇ ਤੇ ਆਪ ਸੁੱਤਾ ਰਹਿ ਜੇ, ਕੋਈ ਨਹੀਂ ਮੈਂ ਜਾਵਾਂਗਾ, ਦਿਨੇ ਉੱਠਦਾ ਹੈ, ਕਹਿੰਦੇ ਤੁਰ ਜਾਏਗਾ। ਕਹਿੰਦੇ ਨਹੀਂ। ਕਹਿੰਦੇ ਇਸ ਤਰ੍ਹਾਂ ਹੀ ਮਾਇਆ ਵਿੱਚ ਖਚਤ ਬੰਦਾ ਜੇ ਆਖੇ ਮੈਂ ਅੰਤ ਵੇਲੇ ਨਾਮ ਜਪ ਲਾਂਗਾ ਤੇ ਮੇਰਾ ਭਲਾ ਹੋ ਜਾਏ, ਕਹਿੰਦੇ ਅੰਤ ਵੇਲੇ ਨਹੀਂ ਯਾਦ ਹੁੰਦਾ। ਭਾਈ ਗੁਰਦਾਸ ਦੀ ਵਾਰ ਹੈ, ਜੈਸੇ ਘਰ ਲਾਗੈ ਆਗ ਜਾਗ ਕੂਆ ਖੋਦਿਓ ਚਾਹੈ, ਕਾਰਜ ਨਾ ਸਿੱਧ ਹੋਏ ਰੋਏ ਪਛਤਾਈਏ। ਕਹਿੰਦੇ ਰੋਣਾ ਹੀ ਰਹੇਗਾ। ਘਰ ਦੇ ਨੇ ਤਾਂ ਅੱਗ ਲੱਗੀ ਤਾਂ ਕੂਆ ਖੋਦਣ ਟੁਰ ਗਿਆ ਵੀ ਮੈਂ ਪਾਣੀ ਕੱਢ ਕੇ ਬੁਝਾਣਾ, ਬੁਝਾ ਲੇਗਾ, ਰੋਏ ਪਛਤਾਈਏ। ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਨਥਾ ਉਦਮ ਜੀਤ ਪਦਵੀ ਨਾ ਪਾਈਏ। ਇੱਕ ਪਾਸੇ ਜੰਗ ਚੱਲਦਾ ਵਾ, ਕੋਈ ਨਹੀਂ ਮੈਂ ਸ਼ਾਸਤਰ ਵਿਦਿਆ ਸਿੱਖ ਕੇ ਆਉਣਾ, ਵੇਖੀ ਮੈਂ ਕਿਵੇਂ ਫਿਰ ਕਰਦਾ ਕੰਮ। ਕਹਿੰਦੇ ਇੰਨੇ ਤਾਂ ਫਿਰ ਕੰਮ ਹੋ ਜਾਣਾ, ਉਹਨਾਂ ਨੇ ਸਿੱਖਣ ਥੋੜਾ ਜਾਣ ਦੇਣਾ। ਅਨਥਾ ਉਦਮ ਜੀਤ ਪਦਵੀ ਨਾ ਪਾਈਏ, ਜਿੱਤ ਨਹੀਂ ਹੋਏਗੀ ਉਹਦੀ। ਫਿਰ ਤੀਸਰਾ ਪ੍ਰਮਾਣ, ਜੈਸੇ ਨਿਸ ਸੋਵਤ ਸੰਗਾਤੀ ਚਲ ਜਾਤ, ਪਾਛੇ ਭੋਰੇ ਭੋਏ ਭਾਰ ਬਾਂਧ ਚੱਲੇ ਕਤ ਜਾਈਏ। ਕਹਿੰਦੇ ਜਿਵੇਂ ਸੰਗ ਨੇ ਜਾਣਾ ਹੋਵੇ, ਆਪ ਸੁੱਤਾ ਰਹਿ ਜੇ, ਸਵੇਰੇ ਉੱਠੇ ਤੇ ਕਹਿੰਦੇ ਉਹ ਰਲ ਜਾਏਗਾ, ਨਹੀਂ ਰਲ ਸਕਦਾ। ਆ ਜਿਹੜੇ ਸਵੇਰੇ ਉੱਠ ਕੇ ਸਿਮਰਨ ਕਰਦੇ ਨੇ ਨਾ, ਉਹਨਾਂ ਨਾਲ ਦਿਨੇ ਉੱਠਣ ਵਾਲੇ ਰਲ ਨਹੀਂ ਸਕਦੇ। ਇਸ ਕਰਕੇ ਵੀ ਇੱਕ ਪ੍ਰਮਾਣ ਹੈ ਸਮਝਾਉਣ ਦਾ। ਤੇ ਅਗਲਾ ਲਾਸਟ ਪ੍ਰਮਾਣ ਦਿੱਤਾ ਭਾਈ ਗੁਰਦਾਸ ਨੇ, ਤੈਸੇ ਮਾਇਆ ਧੰਦ ਅੰਧ ਅਵਦ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਕਹਿੰਦੇ ਉਧਰੋਂ ਅੰਤ ਵੇਲਾ ਆ ਜੇ, ਮੌਤ ਦਾ ਸਮਾਂ ਆ ਜੇ, ਮਾਇਆ ਵਿੱਚ ਰਚਤ ਬੰਦਾ, ਜੰਜਾਲਾਂ ਵਿੱਚ ਫਸਿਆ ਬੰਦਾ, ਕੋਈ ਨਹੀਂ ਮੈਂ ਵਾਹਿਗੁਰੂ ਕਰ ਲਾਂਗਾ। ਕਹਿੰਦੇ ਅੰਤ ਕਾਲ ਕੈਸੇ ਹਰ ਨਾਮ ਲਿਵ ਲਾਈਏ। ਲਿਵ ਲੱਗ ਜਾਏਗੀ ਉਦੋਂ? ਨਹੀਂ ਨਹੀਂ, ਉਦੋਂ ਲਿਵ ਨਹੀਂ ਲੱਗੇਗੀ। ਆ ਜਿਹੜਾ ਆਪਾਂ ਜਿੱਥੋਂ ਕੀਰਤਨ ਸ਼ੁਰੂ ਕੀਤਾ ਨਾ, ਉਹਦੇ ਵਿੱਚ ਵੀ ਇਹ ਉਪਦੇਸ਼ ਆਪਾਂ ਪੜਿਆ ਸੁਣਿਆ, ਜਬ ਲਗ ਕਾਲ ਗਰਸੀ ਨਹੀਂ ਕਾਇਆ। ਤੇ ਕਹਿੰਦੇ जब लग जरा रोग नहीं आया, जब लग काल गरसी नहीं काया, जब लग बिकल भई नहीं बानी, भज ले रे मन सारंग पानी। कहते जदों तक तेरे शरीर ते मौत नहीं आई, तू जपना कर। ते कहते जब तक तेरे शरीर ते बुढ़ेपा नहीं आया, जब लग जरा रोग नहीं आया, बुढ़ेपा नहीं आया, जब लग बिकल भई नहीं बानी, जब तक तेरी जबान ठीक है। बुढ़ेपे विच तां बोलदा कुछ हो रहा है, निकलदा कुछ हो रहा है, रब दा नाम किवें जप लेगा। जब लग बिकल भई नहीं बानी, भज ले रे मन सारंग पानी। हुण जपिया कर, यही तेरा अवसर, यही तेरी बार, घट पीतर तू देख विचार। ये बार बार नहीं मिलना, ये बार बार अवसर नहीं मिलना तेन। इस करके जदों वक्ते अंत नाम चित्ते आवे, दस रहे सी कहन लगे बजुर्ग दे शुभ कर्म, गुरु घर जाना, आए गए दा आदर मान करना, वो पुण्य कर्म वक्ते अंत जदों बंदे दे मुख तो नाम निकलदा है, साध संगी फिर सीधा सचखंड जांदा है। वेले अंत दे हरि चित आवे, सीधा जाइए सचखंड नू। वेले अंत दे हरि चित आवे, सीधा जाइए सचखंड नू। सचखंड नू। वेले अंत दे हरि चेते आवे, सिधा जाइए सचखंड नू। वेले अंत दे हरि
ਚੇਤ ਆਵੇ ਸਿੱਧਾ ਜਾਈਏ ਸੱਚ ਖੰਡ ਨੂੰ ਵੇਲੇ ਅੰਤ ਦੇ ਹਰੀ ਚੇਤ ਸਿੱਧਾ ਜਾਈਏ ਸੱਚ ਖੰਡ ਨੂੰ ਵੇਲੇ ਅੰਤ ਦੇ ਹਰੀ ਚਿਤ ਆਵੇ ਸਿੱਧਾ ਜਾਈਏ ਸੱਚ ਖੰਡ ਨੂੰ ਵੇਲੇ ਅੰਤ ਦੇ ਹਰੀ ਚਿਤ ਆਵੇ ਸਿੱਧਾ ਜਾਈਏ ਸੱਚ ਖੰਡ ਨੂੰ ਵੇਲੇ ਅੰਤ ਦੇ ਹਰੀ ਚਿਤ ਆਵੇ ਸਿੱਧਾ ਜਾਈਏ ਸੱਚ ਖੰਡ ਨੂੰ ਵੇਲੇ ਅੰਤ ਦੇ ਹਰੀ ਚਿਤ ਆਵੇ ਸਿੱਧਾ ਜਾਈਏ ਸੱਚ ਖੰਡ ਨੂੰ ਦੇ ਹਰੀ ਚਿਤ ਆ ਸਿੱਧਾ ਜਾਈਏ ਵੇਲੇ ਅੰਤ ਦੇ ਹਰੀ ਚਿਤ ਆਵੇ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਬਦਲਤ ਲੋਚਣ ਤੇ ਨਰ ਮੁਕਤਾ ਪ੍ਰੀਤਮ ਪਰਵਾ ਕਰੀ ਦੇ ਵਸੈ। ਦਸਵੇਂ ਪਾਤਸ਼ਾਹ ਉੱਥੇ ਧਿਆਨ ਲਜਾਓ। ਮਹਾਰਾਜ ਕਹਿੰਦੇ ਵਕਤ ਅੰਤ ਜੇ ਧਿਆਨ ਟੁਰ ਜੇ ਰੱਬ ਵਿੱਚ ਫਿਰ ਸਿੱਧਾ ਉਹ ਰੱਬ ਦੇ ਘਰ ਵਿੱਚ ਥਾਂ ਮਿਲਦੀ ਹੈ। ਜੇ ਤੁਮ ਅੰਤ ਲहेंगे ਮੁਕਤ ਫਲ ਪਾਵੇਂਗੇ ਭਗਵੰਤ। ਦਸਵੇਂ ਪਾਤਸ਼ਾਹ ਨੇ ਉੱਥੇ ਤਿੱਤਰ ਦਾ ਉਦਾਰ ਕੀਤਾ। ਉਹ ਗੁਰਦੁਆਰੇ ਦਾ ਨਾਂ ਹੈ ਤਿੱਤਰ ਸਾਹਿਬ, ਜਿਹੜੀ ਤੁਹਾਨੂੰ ਸਾਖੀ ਸੁਣਾਈ ਵਾਰਤਾ। ਇਸ ਕਰਕੇ ਸਾਧ ਸੰਗਤ ਜੀ ਸਮਾਂ ਵੀ ਸਮਾਪਤੀ ਦਾ ਹੋ ਗਿਆ, ਅੱਗੇ ਸਮਾਂ ਆਗਿਆ ਵੀ ਨਹੀਂ ਦਿੰਦਾ। ਇਹ ਬਾਰ-ਬਾਰ ਜਨਮ ਨਹੀਂ ਮਿਲਣਾ, ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ। ਘਟ ਪੀਤਰ ਤੂੰ ਦੇਖ ਵਿਚਾਰ। ਇਸ ਕਰਕੇ ਗੁਰੂ ਵਾਲਾ ਬਣ ਕੇ, ਗੁਰੂ ਨਾਲ ਜੁੜ ਕੇ ਸਿਮਰਨ ਭਜਨ ਕਰਕੇ ਆਪਣਾ ਜਨਮ ਸਵਾਰ ਲੈ। ਕਿਉਂਕਿ ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਮਾਨਸ ਜਨਮ ਦੁਲੰਭੈ ਹੋਏ ਨਾ ਬਾਰੈ ਬਾਰ ਬਾਰ ਨਹੀਂ ਮਿਲਣਾ। ਜਿਉਂ ਬਨ ਫਲ ਪਾਕੇ ਭੋਇੰ ਗਿਰੈ ਬੋਰ ਨਾ ਲੱਗੈ ਡਾਰ। ਬੋਰ ਨਾ ਲੱਗੈ ਡਾਰ। ਜਿਵੇਂ ਟਾਹਣੀ ਨਾਲੋਂ ਫਲ ਟੁੱਟ ਜੇ ਨਾ, ਦੁਆਰੇ ਨਹੀਂ ਲੱਗ ਸਕਦਾ। ਜੇ ਤੂੰ ਤੁਰ ਗਿਓ ਨਾ ਇੱਥੋਂ ਜੱਗ ਤੋਂ, ਸਖਣਾ ਨਾਮ ਤੋਂ ਹੀ ਨਾ ਤੁਰ ਗਿਓ, ਤੈਨੂੰ ਇਹ ਜਨਮ ਅਵਸਰ ਬਾਰ-ਬਾਰ ਨਹੀਂ ਮਿਲਣਾ ਹੈ। ਇਸ ਕਰਕੇ ਇਹ ਰੱਬ ਵੱਲੋਂ ਹੀਰਿਆਂ ਵਰਗਾ ਜਨਮ ਮਿਲਿਆ। ਕਿਸੇ ਧਰਮ ਵਿੱਚ ਹੋਵੇ, ਆਪਣੇ ਧਰਮ ਅਨੁਸਾਰ ਅਸੂਲ ਧਾਰਨ ਕਰਕੇ ਪ੍ਰਮਾਤਮਾ ਦੀ, ਰਾਮ ਦੀ, ਭਗਵਾਨ ਦੀ, ਵਾਹਿਗੁਰੂ ਦੀ ਬੰਦਗੀ ਕਰਕੇ ਆਪਣਾ ਜਨਮ ਸਵਾਰ ਲੈ। ਕਿਉਂਕਿ ਪ੍ਰਮਾਤਮਾ ਦੇ ਨਾਮ ਨਾਲ ਹੀ ਜਨਮ ਸਫਲਾ ਹੋਣਾ ਹੈ। ਕਹੋ ਨਾਨਕੇ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ। ਸੋ ਸਾਧ ਸੰਗਤ ਜੀ, ਗੁਰੂ ਨਾਨਕ ਦੇ ਘਰ ਦਾ ਇੱਕ ਇਹ ਸੰਵਿਧਾਨ ਲਾ ਲਈਏ। ਗੁਰੂ ਨਾਨਕ ਦੇ ਘਰ ਦਾ ਜਿਹੜਾ ਪ੍ਰਚਾਰ, ਜੇ ਮਹਾਰਾਜ ਦਾ ਇਤਿਹਾਸ ਵਾਚੀਏ ਨਾ, ਮਹਾਰਾਜ ਨੇ 70 ਸਾਲ ਦੀ ਉਮਰ ਵਿੱਚ ਕਦੀ ਕਿਸੇ ਨੂੰ ਕਿਹਾ ਨਹੀਂ ਮੇਰੇ ਸਿੱਖ ਬਣ ਜਾਓ, ਧੱਕਾ ਨਹੀਂ ਕੀਤਾ। ਜਿਹੜਾ ਵੀ ਜਪਿਆ ਜੁੜਿਆ, ਉਹਨੇ ਆਪ ਆ ਕੇ ਕਿਹਾ, ਸੱਚਾ ਪਾਤਸ਼ਾਹ ਮੈਨੂੰ ਸਿੱਖ ਬਣਾ ਲੈ, ਮੇਰਾ ਬੇੜਾ ਪਾਰ ਹੋ ਜੇ। ਧੱਕੇ ਨਾਲ ਨਹੀਂ। ਆ ਧੱਕੇ ਨਾਲ ਜਦੋਂ ਅੰਬਰ ਛਕਾਉਂਦੇ ਨੇ, ਥੋੜੇ ਦਿਨਾਂ ਬਾਅਦ ਕਿਤੇ ਹੋਰ ਹੋ ਜਾਂਦਾ ਕੰਮ। ਧੱਕਾ ਨਹੀਂ। ਧੱਕਾ ਤੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਬੜਾ ਕੀਤਾ। ਹਾਂ, ਪ੍ਰਚਾਰ ਕਰੇ, ਪ੍ਰੇਮ ਨਾਲ ਸਮਝਾਵੇ। ਜਦੋਂ ਫਿਰ ਪ੍ਰੇਰਿਤ ਹੋ ਜੇ, ਫਿਰ ਉਹਦਾ ਜੀਵਨ ਪਰਪੱਕ ਬਣੇਗਾ। ਧੱਕਾ ਨਹੀਂ ਕਿਸੇ ਤੇ ਕੀਤਾ ਜਾ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਨੇ ਕਦੀ ਕਿਸੇ ਨੂੰ ਨਹੀਂ ਕਿਹਾ, ਪਰ ਜਿਹੜਾ ਵੀ ਜੁੜਿਆ ਉਹਨੇ ਆਪਣੇ ਆਪ ਹੀ ਕਿਹਾ ਵੀ ਮਹਾਰਾਜ ਮੇਰਾ ਭਲਾ ਕਰੋ, ਮੈਨੂੰ ਸਿੱਖੀ ਦੀ ਦਾਤ ਦਿਓ। ਇਸ ਕਰਕੇ ਭਾਈ ਸਾਰੇ ਧਰਮ ਚੰਗਾ ਉਪਦੇਸ਼ ਦਿੰਦੇ ਨੇ। ਜਿਵੇਂ ਹਿੰਦੂ, ਇਸਲਾਮ ਮਤ, ਕ੍ਰਿਸਚਨ ਧਰਮ ਪ੍ਰਮਾਤਮਾ ਦੇ ਵੱਲੋਂ ਚਲਾਏ ਗਏ, ਪ੍ਰਮਾਤਮਾ ਨੂੰ ਜਪਣ ਦਾ ਉਪਦੇਸ਼ ਕਰਦੇ ਪਏ ਨੇ ਧਰਮ ਸਾਰੇ। ਮਹਾਰਾਜ ਨੂੰ ਪੁੱਛਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਨੂੰ, ਸਭ ਤੋਂ ਉੱਚਾ ਧਰਮ ਕਿਹੜਾ ਹੈ? ਵੱਡਾ ਧਰਮ ਸਗਲ ਸ੍ਰਿਸ਼ਟ ਮੈਂ ਉੱਤਮ ਧਰਮ ਕਿਹੜਾ ਹੈ? ਹਰ ਕੋ ਨਾਮ ਜਪ ਨਿਰਮਲ ਕਰਮ। ਜਿਹੜੇ ਧਰਮ ਵਿੱਚ ਪਰਮਾਤਮਾ ਦਾ ਸਿਮਰਨ ਭਜਨ ਕੀਤਾ ਜਾਂਦਾ, ਮਹਾਰਾਜ ਕਹਿੰਦੇ ਉੱਤਮ ਹੈ, ਸ੍ਰਿਸ਼ਟ ਹੈ। ਸੋ ਭਾਈ
परमात्मा की बंदगी नाल जुड़ के अपना जन्म सवारीए, कामकार भी करिए, गृहस्थ भी धारण करिए, बच्चों नूं भी पालीए, फर्ज पूरे करिए। नाल नाल जे नहीं समा बैठण दा मिलदा, काम कर करदे तुरदे फिरदे भी वाहिगुरू वाहिगुरू जां परमात्मा दा नाम जप के भला कर सकते हैं। नामा कै तलोचना मुख ते राम समाल, हाथ पाँव कर काम सब ਚੀਤ ਨਿਰੰਜਨ ਨਾਮ। कहते हत्थां पैरां नाल काम करी जा, फिर भी जपी जा, तेरा भला हो जाएगा। इत्थे ही बस नहीं मार, कहते ने उठत बैठत सोवत जागत ए मन तुझे चितार। कहते उठद्या भी सुत्या भी बहिंदे जिवें मर्जी जप लै, लम्मा पै के भी जप लै, कहते तेरा भला हो जाएगा। कईयां ने पुछया सी महाराज नाम किवें जपीए? महापुरुष कहन लगे की करदे हो? कहंदे जी असीं खेती करदे हां। कहंदे कणक किवें बीजदे हो? उदों छिट्टा दिंदे हुंदे झोली च पा के ना, ऐ छिट्टा दिंदे हुंदे, आ ड्रिलां ते होना ही मशीन। कहंदे महाराज इस तरह छिट्टा देईदा। कहंदे जदों छिट्टा दिंदे हो कणक दा, ਉਹ ਦਾਣੇ ਜਦੋਂ ਜ਼ਮੀਨ 'ਚ ਗਿਰਦੇ ਨੇ ਕਿਵੇਂ ਹੁੰਦੇ ਨੇ? ਕਹਿੰਦੇ ਮਹਾਰਾਜ ਮਿੱਟੀ 'ਚ ਗਿਰੇ ਪਏ ਹੁੰਦੇ ਨੇ। ਕਹਿੰਦੇ ਉਹਨਾਂ 'ਚ ਪੁੱਠੇ ਸਿੱਧੇ ਹੁੰਦੇ ਨੇ? ਹਾਂ ਮਹਾਰਾਜ ਕੁਝ ਪੁੱਠੇ ਵੀ ਹੁੰਦੇ ਨੇ, ਕੁਝ ਸਿੱਧੇ ਵੀ ਹੁੰਦੇ ਨੇ। ਕਹਿਣ ਲੱਗੇ ਜਿਹੜੇ ਪੁੱਠੇ ਸਿੱਧੇ ਜਿਹੜੇ ਸਾਰੇ ਗਿਰੇ ਉਹ ਸਾਰੇ ਹੋ ਗਏ? ਕਹਿੰਦੇ ਮਹਾਰਾਜ ਸਾਰੇ ਹੋ ਗਏ। ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਦਾ ਨਾਮ ਹੈ, ਜਿਵੇਂ ਮਰਜ਼ੀ ਜਪ ਲੈ, ਉੱਠਦਾ ਜਪ ਲੈ, ਬੈਠਦਾ ਜਪ ਲੈ, उठत बैठत सोवत जागते मन तुझे चितारे, भला हो जाएगा परमात्मा का नाम जप। सो इस करके बेनती हुई है, कहते थोड़े जे मिनट ला दो। आओ जीवात्मा वास्ते आपां थोड़ा जिहा सिमरन करिए, क्योंकि ये सिमरन जो आपां करांगे सारे रल के ते अरदास होवेगी, महाराज संगत ने सिमरन कीता जीवात्मा दा भला करियो ते भला हो जाता है। महाराज अरदास प्रवान हो जाती सच्चे पातशाह संगत की अरदास बिरते नहीं जाती। आओ मिल के सिमरन करिए। वाहे गुरु वाहिगुरू वाहे हर भजन नहीं छुटकारा। साडा जे भला है, छुटकारा है, मुक्ति है, खलासी है, तो रब दा नाम जप के है। बिना सिमरन तो महाराज कहते छुटकारा नहीं हो सकता। बाद विच भावें जिन्ने मर्जी यतन कीते जान, पर जिउंदे जी आपां परमात्मा दा नाम जप के अपना जन्म सफला करना है। क्योंकि बंदगी बगैर किसे कम दा, बगैर किसे कम दा नहीं। बंदगी बगैर किसे कम दा नहीं। बंदगी बगैर के कम दा नहीं। बंदा बंद कम दा नहीं। बंदा बंदगी बगैर किसे कम दा नहीं। बंदा बंदगी बगैर किसे कम दा नहीं। करके मनुखा जन्म का जो प्रयोजन है, भई प्राप्त मानुख देहो रही गोबिंद मिलन के तेरी बरी। इसे जन्म विच नाम सिमरन भजन बंदगी करके गुरु वाले बन के गुरु उपदेश की कमाई करके अपने जन्म नूं सफला करना है। हुण समा आग्या नहीं देंदा, होर जो समा आपां विचार करिए, समाप्ति का समा हो चुका है। सो जिथे संगतां ने दूरों नेड़े चल के हाजरियां भरियां हन, उत्थे परिवार नाल दिली सांझ रखण वाले लीडर साहिबान भी
ਆਪਣੇ ਕਈ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰ ਰਹੇ ਨੇ, ਪਰਿਵਾਰ ਨਾਲ ਦੁੱਖ ਸਾਂਝਾ ਕਰ ਰਹੇ ਨੇ। ਸੋ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸੰਤ ਬਾਬਾ ਅਮਰੀਕ ਸਿੰਘ ਜੀ ਕਾਰਸੇ ਵਾਲੇ, ਉਹਨਾਂ ਦਾ ਵੀ ਧੰਨਵਾਦ। ਜਿੰਨੀ ਵੀ ਸੰਗਤ ਆਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹੁਣ ਆਨੰਦ ਸਾਹਿਬ ਦਾ ਪਾਠ ਅਰਦਾਸ ਹੁਕਮਨਾਮੇ ਸੁਣ ਕੇ ਫਿਰ ਮਹਾਰਾਜ ਦਾ ਸਰੂਪ ਜਾਏਗਾ। ਗੁਰੂ ਕੇ ਲੰਗਰ ਛਕ ਕੇ ਫਿਰ ਜਾਣ ਦੀ ਖਿਚਲਾ ਕਰਨੀ ਹੈ ਜੀ। ਆਓ ਆਨੰਦ ਸਾਹਿਬ ਦਾ ਪਾਠ ਕਰੀਏ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਪਿਆ ਮੇਰੀ ਮੇਰੇ ਦੁੱਖ ਸਭ ਵਿਸਾਰ। ਅੰਗੀਕਾਰਾ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਵਹ ਨਾਨਕ ਮਨ ਮੇਰੇ ਸਦਾ ਰਹਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ। ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ। ਸਦਾ ਸਿਫਤ ਸਲਾਵਾ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੈ ਸ਼ਬਦ ਕਨੇਰੇ। ਮੈਂ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁਖਾ। ਸਭ ਭਗਵਾਨ ਘਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਤੋਂ ਜਿਸਨੀ ਆਈ ਵਧਾਈਆਂ। ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ। ਸਾਡਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਚਿਤ ਭਾਰਤ ਪਗ। ਕਾਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਇਆ। ਪੰਚ ਦੂਤ ਤੁਧ ਵਾਸੇ ਕੀਤੇ ਕਾਲ। ਤੁਰ ਕਰਮ ਪਾਇਆ ਤੁਧ ਦਿਨ ਕੋ ਸੇ ਨਾਮ ਹਰ ਕੇ ਲਾਗੇ। ਨਾਨਕ ਤਤ ਤੋ ਆਦਿਤ ਕਰੇ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸਤੀ ਬਾਣੀ। ਹੋ ਸੰਤ ਸਾਜਨ ਭਏ ਸਰਚ ਪੂਰੇ ਗੁਰ ਤੇ ਜਾਣੇ। ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰ। ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ ਪਰਣ ਪੜ੍ਹਨ ਗੁਰੂ ਮਾਤਾ ਧਰਤ ਮਹਤ। ਦਾਈ ਦਾਇਆ ਖਿਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਸਤੇ ਧਰਮ ਦੂਰ। ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੂੰ ਠਾਕੁਰ ਤੁਮ ਪਹਿ